ਟਰਬੋ ਲਵਾਉਣ ਤੋਂ ਬਾਅਦ ਅਗਰ ਟਰਬੋ ਲਵਾਉਂਦੇ ਨੇ ਤੇ ਉਹਦੇ ਕੋਲ 100 HP ਦਾ ਉਹਦਾ ਆਪਣਾ ਮਿਜ਼ਾਜ ਨਾ ਰੱਖਣ, ਹਾਂਜੀ ਉਹਨੂੰ 85 ਰੱਖ ਕੇ ਚਲਾਉਣ ਤੇ ਟਰਬੋ ਇਨਸ਼ਾਅੱਲਾ ਕਾਮਯਾਬ ਹੈ। ਔਰ ਮੈਂ ਉਦੋਂ ਦਾ ਚਲਾ ਰਿਹਾ ਔਰ ਅਲਹਮਦੁਲਿਲਾ ਟਰਬੋ ਦਾ ਕੋਈ ਮਾਮਲਾ ਜਿਹੜਾ ਗੜਬੜ ਨਹੀਂ ਹੈ। ਬੜੀ ਬਿਹਤਰੀਨ ਉਹਦਾ ਰਿਜ਼ਲਟ ਹੈ, ਬੜੀ ਬਿਹਤਰੀਨ ਦੀ ਪਰਫਾਰਮੈਂਸ ਹੈ। ਜੇ ਵੇਲੇ ਕੋਲੇ ਕਿਤੇ ਕੋਈ ਟਿੱਲ ਲਾਉਣਾ ਵੀ ਪਵੇ ਤੇ ਟਰੈਕਟਰ ਕਹਿੰਦਾ ਕਿ ਮੈਂ ਹੈਗਾ ਹੀ ਜਾਣਾ ਪਛਾਣ ਨਹੀਂ, ਮੈਂ ਹਟਣਾ। अस्सलाम वालेकुम दोस्तों, ਅਸੀਂ ਇਸ ਟਾਈਮ ਮੌਜੂਦ ਹਾਂ ਜੀ ਨਦੀਮ ਬਦਰ ਆਟੋ ਇੰਜੀਨੀਅਰਿੰਗ ਬਰਕੀ ਰੋਡ ਲਾਹੌਰ। ਨਦੀਮ ਸਾਹਿਬ ਸਾਡੇ ਨਾਲ ਮੌਜੂਦ ਨੇ ਤੇ ਭਾਈ ਹੁਣੀ ਆਏ ਕਰੰਕਾਂ ਤੋੜੀਆਂ ਤੇ ਘਾੜ ਵਾਲੇ ਵੀ ਆਂਦੇ ਸੀ ਉਹ ਟਰੈਕਟਰ ਭਾਈ ਬਾਹਰ ਕੱਢ ਦਿਓ ਘਰੋਂ, ਤੇ ਆਖਰ ਕਿਵੇਂ ਇਹਨਾਂ ਦਾ ਮਸਲਾ ਹੱਲ ਹੋਇਆ ਉਹ ਭਾਈ ਹੁਣਾਂ ਦੀ ਜ਼ੁਬਾਨੀ ਤੁਹਾਡੇ ਨਾਲ ਸ਼ੇਅਰ ਕਰਾਉਂਦੇ ਆ ਜੀ। अस्सलाम वालेकुम जी। ਵਾਲੇਕੁਮ ਸਲਾਮ ਭਾਈ ਕੀ ਹਾਲ, ਠੀਕ ਠਾਕ ਹੋ? ਨਦੀਮ ਸਾਹਿਬ ਕੀ ਹਾਲ? ਕੀ ਹਾਲ ਹੈ? ਅੱਛਾ ਭਾਈ ਜਾਨ ਕੀ ਨਾਮ ਜੀ ਆਪਣਾ ਜੀ? ਜੀ ਮੇਰਾ ਨਾਮ ਮੁਹੰਮਦ ਸਲੀਮ ਖਾਨ ਅੱਛਾ ਜੀ। ਤੇ ਮੇਰਾ ਪਿੰਡ ਮੰਡਿਆਲਾ ਚੱਕਵੀ, ਤਹਿਸੀਲ ਸਫਦਰਾਬਾਦ, ਜ਼ਿਲ੍ਹਾ ਸ਼ੇਖੂਪੁਰਾ। ਉੱਥੋਂ ਦਾ ਮੈਂ ਰਹਾਇਸ਼ੀ ਹਾਂ ਤੇ ਗੌਰਮੈਂਟ ਸਰਵਿਸ ਤੋਂ ਮੈਂ ਮੁਲਾਜ਼ਮਤ ਰਿਟਾਇਰਮੈਂਟ ਲੈ ਕੇ ਤੇ ਉਸ ਤੋਂ ਬਾਅਦ ਆਪਣੇ ਜ਼ਿਮੀਂਦਾਰਾਂ ਦਾ ਜਿਹੜਾ ਸਾਡਾ ਬਾਈ ਜ਼ਿਮੀਂਦਾਰ ਉਹਨਾਂ ਅਟੈਚ ਹੋਇਆ। ਜੀ ਜੀ। ਸਾਡੇ ਕੋਲ ਇੱਕ ਟਰੈਕਟਰ ਸੀਗਾ ਜਿਹਦੇ ਮੈਂ ਤੁਹਾਡੇ ਨਾਲ ਗੱਲ ਦੱਸ ਰਿਹਾ, 2009 ਮਾਡਲ। ਇਹ ਤਕਰੀਬਨ ਹਾਫ ਪਰਕਨ ਉਹਨੂੰ ਕਹਿੰਦੇ ਨੇ। ਜੀ ਜੀ। ਉਹ ਅਸੀਂ 2017 ਦੇ ਵਿੱਚ ਪਰਚੇਜ਼ ਕੀਤਾ ਸੀ ਹਾਂ। ਤੇ ਉਸ ਤੋਂ ਬਾਅਦ ਉਹਨੇ ਸਾਡੇ ਕੋਲ ਜੀ 3 ਕਰੈਂਕਾਂ ਹੇਠ ਉੱਪਰ ਤੋੜੀਆਂ। ਅੱਛਾ ਜੀ। ਜਦੋਂ ਤੀਸਰੀ ਕਰੈਂਕ ਟੁੱਟੀ ਤੇ ਮੇਰੇ ਵਾਲਦ ਸਾਹਿਬ ਜਿਹੜੇ ਹੈਰ ਸਨ ਉਹ ਬੜੇ ਸੀਖਪਾ ਹੋਏ। ਉਹਨਾਂ ਨੇ ਕਿਹਾ ਕਿ ਵੀ ਇਹ ਟਰੈਕਟਰ ਨੂੰ ਜਿਹੜਾ ਧੱਕਾ ਮਾਰ ਕੇ ਬਾਹਰ ਕੱਢ ਦੇ, ਜਿਹੜਾ ਕੋਈ ਜਾਂਦਾ ਲੈ ਜਾਵੇ। ਹਾਂ। ਇਹ ਉਹਨੇ ਦਾ ਬਾਂਦਰ ਨਹੀਂ ਜਿੰਨੇ ਤੇ ਬੰਦ ਖਾ ਗਿਆ। ਜਿੰਨੇ ਤੇ ਬੰਦ ਖਾ ਗਿਆ। ਹਾਂ। ਖੈਰ ਮਾਯੂਸ ਅਸੀਂ ਬੜੇ ਹੋਏ ਸਾਂ, ਘਰਾਂ ਨੇ ਤਨਕੀਦ ਆਪਣੀ ਜਗ੍ਹਾ ਤੇ। ਮੈਂ ਨਦੀਮ ਸਾਹਿਬ ਦੀ ਵੀਡੀਓ ਵਗੈਰਾ ਉਹਨਾਂ ਦਿਨਾਂ 'ਚ ਦੇਖ ਰਿਹਾ ਸਾਂ ਤੇ ਮੇਰੇ ਜ਼ਿਹਨ 'ਚ ਇੱਕ ਗੱਲ ਆਈ, ਮੈਂ ਕਿਉਂ ਨਾ ਇਹ ਜਿਹੜੀ ਚੀਜ਼ ਜਿਹੜੀ ਨਦੀਮ ਸਾਹਿਬ ਨਾਲ ਡਿਸਕਸ ਕੀਤੀ ਜਾਏ ਜਾਂ ਇਸ ਮਰਜ਼ ਦਾ ਇਲਾਜ ਉਹਨਾਂ ਕੋਲ ਦੇਖਿਆ ਜਾਵੇ। ਮੈਂ ਨਦੀਮ ਸਾਹਿਬ ਨਾਲ ਰਾਬਤਾ ਕੀਤਾ ਤੇ ਇਹਨਾਂ ਨੂੰ ਬੜੀ ਮੁਸ਼ਕਲ ਨਾਲ ਰਾਜ਼ੀ ਕੀਤਾ ਕਿ ਜੀ ਮੇਰੇ ਟਰੈਕਟਰ ਦਾ ਕੰਮ ਕਰੋ, ਕਿਉਂਕਿ ਉਹਨਾਂ ਦਿਨਾਂ ਜੀ ਇਹਨਾਂ ਕੋਲ ਕਾਫੀ ਲੋਡ ਚੱਲ ਰਿਹਾ ਸੀ ਕੰਮ ਦਾ। ਇਹਨਾਂ ਦੀ ਮਿਹਰਬਾਨੀ, ਇਹਨਾਂ ਨੇ ਉਹ ਜ਼ਿੰਮੇਵਾਰੀ ਲਈ। ਮੈਂ ਆਪਣੇ ਟਰੈਕਟਰ ਦਾ ਇੰਜਨ ਜਿਹੜਾ ਉੱਥੇ ਖਲਵਾਇਆ ਸੀਗਾ ਇਹਨਾਂ ਦੇ ਕੋਲ ਲੈ ਕੇ ਆ ਗਿਆ। ਇਹਨਾਂ ਨੇ ਉਹ ਇੰਜਨ ਜਿਹੜਾ ਹੈ ਓਵਰਆਲ ਕੀਤਾ, ਉਹਦੀ ਲਾਈਨਿੰਗ ਵਾਈਨਿੰਗ ਜੋ ਮਾਮਲਾ ਸਾਂ ਸਾਰੇ ਕੀਤੇ। ਅੱਛੀ ਕਰੈਂਕ ਪਾਈ ਲੋਇਲ ਦੀ, ਭਾਰੀ ਪੱਲਿਆਂ ਵਾਲੀ। ਤੇ ਅਲਹਮਦੁਲਿਲਾ ਉਸ ਤੋਂ ਬਾਅਦ 2003 ਦੇ ਨਵੰਬਰ ਦੇ ਵਿੱਚ ਜੀ ਉਹ ਮੈਂ ਟਰੈਕਟਰ ਜਿਹੜਾ ਆਪਣਾ ਇਹਨਾਂ ਦੇ ਕੋਲ ਇੰਜਨ ਓਵਰਆਲ ਮੁਕੰਮਲ ਕਰਵਾ ਕੇ ਲੈ ਕੇ ਆਇਆ। ਔਰ ਅੱਜ ਦੇ ਦਿਨ ਤੱਕ ਅਲਹਮਦੁਲਿਲਾ ਸੁਮਾ ਅਲਹਮਦੁਲਿਲਾ 2023 ਦੇ ਵਿੱਚ ਜੀ ਮੈਂ ਨਵੰਬਰ ਦੇ ਵਿੱਚ ਇਹਨਾਂ ਦੇ ਕੋਲੋਂ ਉਹ ਟਰੈਕਟਰ ਜਿਹੜਾ ਨਾ ਓਵਰਆਲ ਕਰਵਾ ਕੇ ਗਿਆ ਉਹਦਾ ਇੰਜਨ। ਤੇ ਅੱਜ ਦੇ ਦਿਨ ਤੱਕ ਅਲਹਮਦੁਲਿਲਾ ਉਹ ਟਰੈਕਟਰ ਦਾ ਜਿਹੜਾ ਜੀ ਬਿਹਤਰੀਨ ਉਹਦਾ ਰਿਜ਼ਲਟ ਹੈ ਔਰ ਬਹੁਤ ਅੱਛਾ ਚੱਲਦਾ ਪਿਆ ਆ। ਉਸ ਤੋਂ ਬਾਅਦ ਮੈਂ ਫਿਰ ਇਹਨਾਂ ਦੇ ਕੋਲੋਂ ਉਹਦੇ ਟਰੈਕਟਰ ਦੇ ਉੱਤੇ ਆਇਲ ਕੂਲਰ ਔਰ ਟਰਬੋ ਵੀ ਲਗਵਾਈ ਹੈ। ਤੇ ਮੈਂ ਉਸ ਚੀਜ਼ ਨੂੰ ਬਹੁਤ ਪਸੰਦ ਕੀਤਾ, ਜਿਹੜੀ ਆਇਲ ਕੂਲਰ ਵਾਲਾ ਕੰਮ ਹੈ ਉਹ ਟਰਬੋ ਵਾਲਾ ਕੰਮ ਆ। ਔਰ ਮੈਂ ਇਹ ਮਸ਼ਵਰਾ ਦੇਵਾਂਗਾ ਤਕਰੀਬਨ ਆਪਣੇ ਹਰ ਜ਼ਿਮੀਂਦਾਰ ਭਰਾ ਨੂੰ ਕਿ ਜਿਹੜਾ ਆਇਲ ਕੂਲਰ ਜਿਹੜਾ ਹੈਗਾ ਟਰਬੋ ਨਹੀਂ ਲਗਵਾ ਸਕਦਾ, ਚਲੋ ਟਰਬੋ ਇੱਕ ਸ਼ੌਕੀਨ ਮਿਜ਼ਾਜੀ ਚੀਜ਼ ਆ ਜਾਂਦੀ ਹੈ। ਜਿਹੜਾ ਆਇਲ ਕੂਲਰ ਜਿਹੜਾ ਹੈ ਨਾ ਉਹ ਇੰਤਹਾਈ ਜ਼ਰੂਰੀ ਆ। ਅਗਰ ਤੁਸੀਂ ਆਇਲ ਕੂਲਰ ਲਗਵਾਓਗੇ ਤੁਹਾਡੇ ਇੰਜਨ ਦੀ ਲਾਈਫ ਵੱਧ ਜਾਏਗੀ, ਤੁਹਾਡੀ ਜਿਹੜੀ ਨਾ ਪਰਫਾਰਮੈਂਸ ਟਰੈਕਟਰ ਦੀ ਵੱਧ ਜਾਏਗੀ। ਤੇ ਇਹ ਸਾਡੀ ਜੀ ਥੋੜ੍ਹੀ ਜਿਹੀ ਸਟੋਰੀ ਹੈ। ਤੇ ਇਹ ਨਦੀਮ ਸਾਹਿਬ ਦੀ ਮਿਹਰਬਾਨੀ ਕਿ ਸਾਨੂੰ ਨਦੀਮ ਸਾਹਿਬ ਨੇ ਉਦੋਂ ਇੰਜਨ ਕਰਕੇ ਦਿੱਤਾ। ਔਰ ਅੱਜ ਮੇਰੇ ਇੱਕ ਦੋਸਤ ਨੇ, ਅੱਜ ਇੱਥੇ ਆਉਣ ਦਾ ਮਕਸਦ ਇਹ ਸੀ ਕਿ ਮੇਰੇ ਇੱਕ ਦੋਸਤ ਬਹਾਵਲ ਨਗਰ ਤੋਂ ਆ ਰਹੇ ਨੇ ਇੰਜਨ ਲੈ ਕੇ। ਮੈਂ ਉਹਨਾਂ ਵਾਸਤੇ ਆਇਆ, ਉਹ ਆ ਰਹੇ ਨੇ ਤੇ ਮੈਂ ਜ਼ਰਾ ਪਹਿਲੇ ਪਹੁੰਚ ਗਿਆ ਸਾਂ। ਔਰ ਇਹਨਾਂ ਦੀ ਸਾਬਕਾ ਜਿਹੜਾ ਉਹ ਇੰਜਨ ਦੀ ਕਾਰਕਰਦਗੀ ਦੇਖਦਿਆਂ ਹੋਇਆਂ ਉਹ ਵੀ ਦੋਸਤ ਜਿਹੜੇ ਨੇ ਇੰਜਨ ਇੱਥੋਂ ਕਰਵਾਉਣ ਵਾਸਤੇ ਲੈ ਕੇ ਆ ਰਹੇ ਨੇ। ਔਰ ਟਾਈਮ ਦਾ ਤਾਂ ਇਹਨਾਂ ਕੋਲ ਕਾਫੀ ਜਿਹੜਾ ਹੈ ਉਹ ਕੰਮ ਜਿਹੜਾ ਸੀ ਨਾ ਉਹ ਮੁਸ਼ਕਲ ਚੱਲ ਰਿਹਾ ਸੀਗਾ, ਲੇਕਿਨ ਅਸੀਂ ਤਰਲਾ ਤੁਰਲਾ ਮਾਰ ਕੇ ਇਹਨਾਂ ਨੂੰ ਕੋਸ਼ਿਸ਼ ਕੀਤੀ ਹੈ ਕਿ ਜੀ ਸਾਡਾ ਇਹ ਵੀ ਕੰਮ ਕਰੋ ਤਾਂ ਕਿ ਇਹ ਜਿਹੜੇ ਨੇ ਇਹ ਵੀ ਸੁਖੀ ਹੋਣ। ਔਰ ਉਹਨਾਂ ਦੀ ਵੀ ਕਰੰਕ ਟੁੱਟੀ ਹੈ। ਵਧੀਆ ਗੱਲ, ਉਹਨਾਂ ਦੀ ਵੀ ਕਰੰਕ ਟੁੱਟੀ ਹੈ। ਭਾਈ ਹੁਣਾਂ ਦੀ ਨਾ ਆਫ ਕੈਮਰਾ ਗੱਲਬਾਤ ਹੋ ਰਹੀ ਸੀ। ਭਾਈ ਹੁਣਾਂ ਨੇ ਵਾਵਾ ਲੰਮੀ ਸਟੋਰੀ ਆਫ ਕੈਮਰਾ ਸੁਣਾਈ, ਔਨ ਕੈਮਰਾ ਚਲੋ ਸ਼ਾਰਟ ਕੱਢ ਗਏ ਨੇ ਨਾ। ਤੇ ਦੱਸ ਰਹੇ ਕਿ ਅਸੀਂ ਕਾਫੀ ਨਾ 2 ਦਫਾ ਸਾਡੇ ਮਤਲਬ ਫਸਲ ਦੇ ਵਿੱਚ ਹੀ ਕਰੰਕਾਂ ਟੁੱਟੀਆਂ ਨੇ। ਹਾਂਜੀ ਇਸ ਤਰ੍ਹਾਂ ਹੀ। ਤੇ ਘਰਦਿਆਂ ਨੂੰ ਮੈਂ ਇੱਕ ਦਫਾ ਕਿਹਾ ਕਿ ਮੇਰੇ ਹਵਾਲੇ ਇੱਕ ਦਫਾ ਮੈਂ ਇੰਜਨ ਕਰਾਉਣਾ ਆਪਣੇ ਤੌਰ ਤੇ, ਠੀਕ ਹੈ। ਇਹਨਾਂ ਨੇ ਨਦੀਮ ਸਾਹਿਬ ਨਾਲ ਰਾਬਤਾ ਕੀਤਾ, ਇੱਕ ਦੋ ਵਾਰਾਂ ਤੇ ਕਾਲ ਨਹੀਂ ਚੁੱਕੀ, ਇੱਕ ਵਾਰ ਫਿਰ ਚੁੱਕ ਲਈ। ਫਿਰ ਉਹਨਾਂ ਕਿਹਾ ਜੀ ਮੇਰਾ ਮਸਲਾ ਹੱਲ ਕਰੋ ਜੀ, ਮਿਹਰਬਾਨੀ ਜੀ। ਇਹ ਜੀ ਨਦੀਮ ਸਾਹਿਬ ਨੇ ਫਿਰ ਕਿਹਾ ਚਲੋ ਜੀ ਅਗਰ ਤੇ ਬੰਦਾ ਹੁਣ ਵੇਖੋ ਸੀਜ਼ਨ ਦੇ ਵਿੱਚ ਇੱਕ ਇੱਕ ਟਾਈਮ ਇੱਕ ਇੱਕ ਦਿਨ ਵੀ ਬਹੁਤ ਕੀਮਤੀ ਹੁੰਦਾ ਜੀ। ਅਸੀਂ ਪੂਰੇ 10-12 ਦਿਨ ਜੀ ਆਪਣੀ ਵਿਆਹ ਲੇਟ ਕਰ ਲਈ ਸੀ ਜੀ, ਲੇਕਿਨ ਜ਼ਿੱਦ ਇਹ ਸੀ ਕਿ ਅਸੀਂ ਕੰਮ ਉੱਥੇ ਹੀ ਕਰਾਉਣਾ ਆ। ਤੇ ਹੁਣ ਉਸ ਕੁਆਲਿਟੀ ਅਸੀਂ ਕੰਪਰੋਮਾਈਜ਼ ਨਹੀਂ ਕਰਨਾ, ਜਿਹੜੀ ਕੁਆਲਿਟੀ ਅਸੀਂ ਪਹਿਲੇ ਜਿਹੜੀ ਹੈ ਨਾ ਉਹ ਖਰਾਬ ਕਰ ਚੁੱਕੇ ਹਾਂ। ਤੇ ਉਹ ਅਸੀਂ ਜਿਹੜਾ ਕੰਪਰੋਮਾਈਜ਼ ਨਹੀਂ ਸੀ ਕੁਆਲਿਟੀ ਤੇ ਕੀਤਾ, ਕੁਆਲਿਟੀ ਦਾ ਕੰਮ ਕਰਵਾ ਲਿਆ, ਉਹਦਾ ਰਿਜ਼ਲਟ ਸਾਨੂੰ ਇਹ ਆ ਰਿਹਾ ਕਿ ਹੁਣ ਸਾਡਾ ਟਰੈਕਟਰ ਜਿਹੜਾ ਬੜਾ ਬਿਹਤਰੀਨ ਚੱਲਦਾ ਪਿਆ ਆ। ਔਜ਼ਾਰ ਉਹੀ ਚਲਾ ਰਹੇ ਜਿਹੜੇ ਪਹਿਲਾਂ ਚਲਾ ਰਹੇ ਪਿੱਛੇ ਜੀ। ਔਜ਼ਾਰ ਉਹਦੇ ਥੱਲੇ ਹਰ ਕਿਸਮ ਦਾ ਚਲਾ ਰਹੇ ਤਕਰੀਬਨ। ਔਜ਼ਾਰ ਉਹਦੇ ਪਿੱਛੇ ਚਾਪਰ ਵੀ ਚੱਲਦੀ ਪਈ ਜੀ, ਚਾਪਰ ਦਾ ਸੀਜ਼ਨ ਜਿਹੜਾ ਹੈ ਨਾ ਉਹ ਵੀ ਲਗਾ ਰਹੇ ਆ। ਜੀ ਜੀ।
ਤਕਰੀਬਨ ਕੋਈ 400-450 500 ਟਰਾਲੀ ਜਿਹੜੀ ਹੈ ਸੀਜ਼ਨ ਦੀ ਬਣਾਈ ਦੀ ਹੈ। ਫਿਰ ਉਸ ਤੋਂ ਬਾਅਦ ਸੁਪਰ ਸੀਡਰ ਚੱਲਦਾ, ਲੈਵਲ ਕਰਾ ਚੱਲਦਾ ਆ। ਆਪਣਾ ਕੰਮ ਹੈ, ਉਹਦੇ ਨਾਲ ਅਸੀਂ ਕੈਰੇਜ ਦਾ ਕੰਮ ਵੀ ਕਰਦੇ ਆ, ਠੀਕ ਜਿਹਦੀ ਵਜ੍ਹਾ ਕਰਕੇ ਟਰੈਕਟਰ ਤਕਰੀਬਨ ਪੂਰਾ ਸਾਲ ਹੀ ਜਿਹੜਾ ਰਨਿੰਗ ਦੇ ਵਿੱਚ ਰਹਿੰਦਾ ਆ। ਵਾਹ ਜੀ ਵਾਹ, ਬੜੀ ਗੱਲ ਹੈ ਜੀ। ਟਰਬੋ ਵੀ ਚਲਾਈ ਜਾ ਰਹੇ ਬੰਦੇ ਆਂਦੇ ਜੀ ਟਰਬੋ ਕਾਮਯਾਬ ਨਹੀਂ ਆਇਆ, ਬਾਕੀ ਉਹਨਾਂ ਕੁ ਲੋਡ ਪਾ ਕੇ ਉਹਨਾਂ ਕੁ ਚਲਾਈ ਜਾਓ ਤੇ ਅੱਲਾ ਖੈਰ ਕੇ ਚੱਲਦੀ ਹੈ। ਇਹ ਮੈਂ ਜ਼ਰੂਰ ਆਪਣੇ ਜ਼ਿਮੀਂਦਾਰ ਭਰਾਵਾਂ ਨੂੰ ਤਜਵੀਜ਼ ਆਪਣੀ ਤਜਵੀਜ਼ ਦੇਵਾਂਗਾ ਕਿ ਟਰਬੋ ਲਵਾਉਣ ਤੋਂ ਬਾਅਦ ਅਗਰ ਟਰਬੋ ਲਵਾਉਂਦੇ ਨੇ ਤੇ ਉਹਦੇ ਕੋਲ 100 HP ਦਾ ਉਹਦਾ ਆਪਣਾ ਮਜ਼ਾਜ ਨਾ ਰੱਖਣ, ਹਾਂਜੀ ਉਹਨੂੰ 85 ਰੱਖ ਕੇ ਚਲਾਉਣ ਤੇ ਟਰਬੋ ਇਨਸ਼ਾਅੱਲਾ ਕਾਮਯਾਬ ਹੈ। ਔਰ ਮੈਂ ਉਦੋਂ ਦਾ ਚਲਾ ਰਿਹਾ ਔਰ ਅਲਹਮਦੁਲਿਲਾ ਟਰਬੋ ਦਾ ਕੋਈ ਮਾਮਲਾ ਜਿਹੜਾ ਗੜਬੜ ਨਹੀਂ ਹੈ। ਬੜੀ ਬਿਹਤਰੀਨ ਉਹਦਾ ਰਿਜ਼ਲਟ ਹੈ, ਬੜੀ ਬਿਹਤਰੀਨ ਦੀ ਪਰਫਾਰਮੈਂਸ ਹੈ। ਜੇ ਵੇਲੇ ਕੋਲੇ ਕਿਤੇ ਕੋਈ ਟਿਲ ਲਾਉਣਾ ਵੀ ਪਵੇ ਤੇ ਟਰੈਕਟਰ ਕਹਿੰਦਾ ਕਿ ਮੈਂ ਅਗਾਂ ਹੀ ਜਾਣਾ, ਪਿਛਾਂ ਨਹੀਂ ਮੈਂ ਹਟਣਾ, ਸ਼ਾਨ ਨਹੀਂ ਹਟਣਾ। ਕੋਈ ਟਰਬੋ ਫਿਰ ਆਪਣਾ ਜ਼ੋਰ ਤੇ ਦਿਖਾਉਂਦੀ ਹੈ। ਹਾਂਜੀ, ਲੇਕਿਨ ਉਹ ਇਹ ਹੈ ਕਿ ਵੀ ਉਹਨੂੰ ਜ਼ਰਾ ਇhtiyਾਤ ਨਾਲ ਇਹ ਚਲਾਓ, ਉਹਦੇ ਕੋਲ ਤੁਸੀਂ ਓਵਰਲੋਡ ਕੰਮ ਨਾ ਕਰੋ, ਠੀਕ ਹੈ ਨਾ, ਨਹੀਂ ਤਾਂ ਉਹਨੇ ਕੋਈ ਨਾ ਕੋਈ ਤੁਹਾਡੀ ਪਰੇਸ਼ਾਨੀ ਬਣਾਏਗੀ। ਠੀਕ ਹੋ ਗਿਆ ਜੀ, ਬਹੁਤ ਮਿਹਰਬਾਨੀ ਜੀ। ਮਿਹਰਬਾਨੀ ਜੀ, ਸ਼ੁਕਰੀਆ। ਓਕੇ, ਬੰਦ ਕਰ।